Hi, welcome to my YouTube channel. Myself, Dr. Rakesh Raman Patyar. Topic of today's lecture is red blood cells, red blood corpuscles, erythrocytes, or RBC. So these all are synonyms. ਸੋ ਅੱਜ ਦੇ ਲੈਕਚਰ ਦੇ ਵਿੱਚ ਆਪਾਂ ਐਰੀਥਰੋਸਾਈਟਸ ਬਾਰੇ ਪੜਾਂਗੇ ਜਿਨ੍ਹਾਂ ਨੂੰ ਰੈੱਡ ਬਲੱਡ ਸੈਲਸ ਵੀ ਕਹਿ ਦਿੰਦੇ ਆ, ਰੈੱਡ ਬਲੱਡ ਕਾਰਪੂਸਲਸ ਵੀ ਕਹਿ ਦਿੰਦੇ ਆ, ਜਾਂ ਉਹਨਾਂ ਦੀ ਸ਼ਾਰਟ ਫਾਰਮ ਕੀ ਆ RBCs। ਸੋ ਪਿਛਲੇ ਕੁਛ ਲੈਕਚਰਾਂ ਦੇ ਵਿੱਚ ਅਸੀਂ ਬਲੱਡ ਦੇ ਬਾਰੇ ਪੜ੍ਹਿਆ ਅਤੇ ਬਲੱਡ ਦੇ ਕੰਪੋਨੈਂਟਸ ਬਾਰੇ ਪੜ੍ਹਿਆ ਜਿਹੜਾ ਫਰਦਰ ਪਲਾਜ਼ਮਾ ਅਤੇ ਫਾਰਮਡ ਐਲੀਮੈਂਟਸ ਜਾਂ ਸੈਲੂਲਰ ਕੰਪੋਨੈਂਟ 'ਚ ਨੂੰ ਡਿਵਾਈਡ ਕਰ ਸਕਦੇ ਸੀਗੇ। ਸੋ ਅੱਜ ਦੇ ਮੇਨ ਇਸ ਲੈਕਚਰ ਦੇ ਵਿੱਚ ਆਪਾਂ RBCs ਰੈੱਡ ਬਲੱਡ ਸੈਲਸ ਜਾਂ ਐਰੀਥਰੋਸਾਈਟਸ ਬਾਰੇ ਪੜ੍ਹਾਂਗੇ। ਸੋ ਹੋਲ ਬਲੱਡ ਜਿਹੜਾ 3 ਕੰਪੋਨੈਂਟ 'ਚ ਵੰਡਿਆ ਜਾ ਸਕਦਾ, ਪਲਾਜ਼ਮਾ, ਬਫੀ ਕੋਟ ਅਤੇ ਫਾਰਮਡ ਐਲੀਮੈਂਟ ਦੇ ਅੰਡਰ ਬਫੀ ਕੋਟ, ਲਿਊਕੋਸਾਈਟ ਅਤੇ ਪਲੇਟਲੈਟਸ ਅਤੇ ਐਰੀਥਰੋਸਾਈਟਸ। ਸੋ ਪਲਾਜ਼ਮਾ ਵੀ ਆਲਰੇਡੀ ਡਿਸਕਸਡ। ਬਫੀ ਕੋਟ ਦੇ ਵਿੱਚ ਲਿਊਕੋਸਾਈਟਸ ਅਤੇ ਪਲੇਟਲੈਟਸ ਆਉਂਦੇ ਆ, ਅਤੇ ਜਿਹੜਾ ਸਭ ਤੋਂ ਨੀਚੇ ਰੈੱਡ ਕਲਰ ਦਾ ਪੋਰਸ਼ਨ ਬਣਦਾ ਦੈਟ ਇਜ਼ ਰੈੱਡ ਬਲੱਡ ਸੈਲਸ ਜਾਂ ਐਰੀਥਰੋਸਾਈਟ ਕੰਪੋਨੈਂਟ, ਜਿਹਦੀ ਹੋਲ ਬਲੱਡ ਦੀ ਪਰਸੈਂਟੇਜ ਵਿੱਚੋਂ 45% ਜਿਹੜੇ ਹੈਗੇ ਆ ਉਹ ਐਰੀਥਰੋਸਾਈਟਸ ਬਣਾਉਂਦੇ ਆ। So there are 3 types of blood cells. So they are red blood cells, white blood cells and platelets. Red blood cells erythrocytes, white blood cell leukocytes, platelets is thrombocytes. So we are focusing on red blood cells. So these are the common points related to RBCs. So इस slide ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ RBCs ਦੇ ਨਾਲ related ਕੁਛ point। So number 1 is most abundant cell in the blood. So RBC is the ਸਭ ਤੋਂ ਜ਼ਿਆਦਾ ਤਾਦਾਦ ਬਲੱਡ ਦੇ ਵਿੱਚ RBCs ਦੀ ਪਾਈ ਜਾਂਦੀ ਹੈ। ਅਕਾਊਂਟ ਫॉर ਅਪਰੋਕਸੀਮੇਟਲੀ 40 to 45% ਆਫ ਦਾ ਹੋਲ ਬਲੱਡ। ਹੋਲ ਬਲੱਡ ਦਾ 40 ਤੋਂ 45% ਹਿੱਸਾ ਜਿਹੜਾ ਰੈੱਡ ਬਲੱਡ ਸੈਲਸ ਦਾ ਬਣਿਆ ਹੁੰਦਾ। ਬਾਈਕਨਕੇਵ ਡਿਸਕ ਵਿਚ ਇਜ਼ ਰਾਊਂਡ ਐਂਡ ਫਲੈਟ ਸੌਰਟ ਆਫ ਲਾਈਕ ਅ ਸ਼ੈਲੋ ਬਾਊਲ। ਸੋ ਇਹਦੀ ਸ਼ੇਪ ਜਿਹੜੀ ਆ ਕਨਕੇਵ ਡਿਸਕ ਵਰਗੀ ਹੋਏਗੀ, ਪਲੇਟ ਵਰਗੀ, ਜਿਹਦੇ ਦੋਨੋਂ ਪਾਸਿਓਂ ਡੁੰਗ ਪਿਆ ਹੋਇਆ ਪਲੇਟ ਦੇ। ਇਸ ਤਰ੍ਹਾਂ ਦਾ ਇਹਦਾ ਸਟਰਕਚਰ ਹੋਏਗਾ, ਰਾਊਂਡ ਫਲੈਟ, ਅਤੇ ਇਸ ਤਰ੍ਹਾਂ ਦੇਖਣ ਨੂੰ ਖਾਲੀ ਕਟੋਰੇ ਵਰਗਾ ਦੋਨੋਂ ਪਾਸਿਓਂ ਨਜ਼ਰ ਆਏਗਾ। ਡਿਸਕ ਡਾਇਆਮੀਟਰ ਇਜ਼ ਅਪਰੋਕਸੀਮੇਟਲੀ 6.2 to 8.2 ਮਾਈਕਰੋਮੀਟਰ। ਸੋ RBCs ਦੀ ਜਿਹੜਾ ਡਿਸਕਨੁਮਾ ਸਟਰਕਚਰ ਆ ਉਹਦੀ ਟੋਟਲ ਡਾਇਆਮੀਟਰ ਉਹਦਾ 6.2 ਤੋਂ ਲੈ ਕੇ 8.2 ਮਾਈਕਰੋਮੀਟਰ ਹੋ ਸਕਦਾ। ਦੇ ਹੈਵ ਅ ਥਿਕ ਰਿਮ ਐਂਡ ਥਿਨ ਸੰਕਨ ਸੈਂਟਰ। ਸੋ ਇਹ ਕਿਨਾਰਿਆਂ ਤੋਂ RBCs ਜਿਹੜਾ ਹੈਗਾ ਉਹ ਜ਼ਿਆਦਾ ਮੋਟਾ ਹੋਏਗਾ, ਅਤੇ ਸੈਂਟਰ ਦੇ ਵਿੱਚ ਕੀ ਆ ਡੂੰਘਾ ਜਿਹਾ ਸਾਨੂੰ ਨਜ਼ਰ ਆਉਂਦਾ, ਜਿੱਦਾਂ ਡੁੰਗ ਪਿਆ ਹੋਵੇ। ਨਿਊਕਲੀਅਸ RBCs ਦੇ ਵਿੱਚ ਪ੍ਰੈਜੈਂਟ ਨਹੀਂ ਹੁੰਦਾ, ਐਬਸੈਂਟ ਹੁੰਦਾ। ਸੋ ਨਿਊਕਲੀਅਸ ਇਜ਼ ਐਬਸੈਂਟ, ਅਤੇ ਬਾਕੀ ਔਰਗਨੈਲਿਜ਼ ਵੀ ਪ੍ਰੈਜੈਂਟ ਨਹੀਂ ਹੁੰਦੀਆਂ। RBCs ਦੇ ਅੰਦਰ ਜਿਹੜਾ ਹੋਲੋ ਸਪੇਸ ਹੈਗਾ ਵਿਦਾਊਟ ਔਰਗਨੈਲੀ, ਉਹਦੇ ਵਿੱਚ ਮੈਕਸੀਮਮ ਹੀਮੋਗਲੋਬਿਨ ਹੀ ਕੰਪੋਨੈਂਟ ਜਿਹੜੇ ਹੈਗੇ, ਹੀਮੋਗਲੋਬਿਨ ਮੋਲੀਕਿਊਲ ਹੈਗਾ ਉਹੀ ਪ੍ਰੈਜੈਂਟ ਹੁੰਦਾ, ਕਿਉਂਕਿ RBCs ਦਾ ਮੇਨ ਕੰਮ ਹੀ ਗੈਸਿਸ ਐਕਸਚੇਂਜ, ਆਕਸੀਜਨ ਨੂੰ ਕੈਰੀ ਕਰਨਾ। ਇਸ ਕਰਕੇ RBC ਦੇ ਅੰਦਰ ਮੇਨਲੀ ਹੀਮੋਗਲੋਬਿਨ ਹੀ ਪ੍ਰੈਜੈਂਟ ਹੁੰਦਾ। ਸੋ RBC ਕੈਨ ਚੇਂਜ ਸ਼ੇਪ ਵਿਦਾਊਟ ਬ੍ਰੇਕਿੰਗ। ਸੋ RBC ਜਿਹੜਾ ਆਪਣੀ ਸ਼ੇਪ ਨੂੰ ਚੇਂਜ ਕਰ ਸਕਦਾ, ਮਤਲਬ ਇਹ ਕਾਫੀ ਫਲੈਕਸੀਬਲ ਹੈ। ਆਰਟਰੀਓਲਸ ਅਤੇ ਕਪਿਲਰੀ ਜਿਹੜੇ ਅੱਗੇ ਫਰਦਰ ਬਰੀਕ ਬਲੱਡ ਸਿਸਟਮ ਸਾਡਾ ਹੁੰਦਾ ਜਾਂਦਾ, ਵੀਨਸ ਜਾਂ ਕਪਿਲਰੀ ਲੈਵਲ 'ਤੇ ਵੀ ਈਜ਼ਲੀ ਆਪਣੇ ਸਟਰਕਚਰ ਦੇ ਵਿੱਚ ਆਪਣੀ ਸ਼ੇਪਸ ਚੇਂਜ ਕਰਕੇ ਉਹਨਾਂ 'ਚੋਂ ਨਿਕਲ ਸਕਦਾ। ਪ੍ਰੋਡਕਸ਼ਨ ਆਫ RBC ਇਜ਼ ਕੰਟਰੋਲਡ ਬਾਏ ਇਰੀਥਰੋਪੋਇਟਿਨ। RBCs ਦਾ ਸਾਡੀ ਬਾਡੀ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਹੈ, ਉਹਨਾਂ ਦਾ ਬਣਨਾ, ਉਹ ਇਰੀਥਰੋਪੋਇਟਿਨ ਪ੍ਰੋਟੀਨ ਕੰਟਰੋਲ ਕਰਦਾ, ਜਿਹੜਾ ਕਿ ਸਾਡੀ ਬਾਡੀ ਦੇ ਵਿੱਚ ਕਿਡਨੀ ਪ੍ਰੋਡਿਊਸ ਕਰਦੀ ਹੈ। RBC ਕੰਟੇਨ ਹੀਮੋਗਲੋਬਿਨ 33%। ਸੋ RBCs ਦੇ ਅੰਦਰ 33% ਜਿਹੜਾ ਹੀਮੋਗਲੋਬਿਨ ਪ੍ਰੈਜੈਂਟ ਹੁੰਦਾ। the iron bound in hemoglobin gives the blood its red color. So hemoglobin ਦੇ ਅੰਦਰ ਆਇਰਨ ਪ੍ਰੈਜੈਂਟ ਹੈ ਜਿਹੜਾ ਕਿ ਹੀਮ ਪਿਗਮੈਂਟ ਬਣਾਉਂਦਾ। ਸੋ ਇਸ ਹੀਮ ਪਿਗਮੈਂਟ ਕਰਕੇ RBCs ਦਾ ਕਲਰ ਸਾਨੂੰ ਰੈੱਡ ਨਜ਼ਰ ਆਉਂਦਾ। ਇਸ ਰੈੱਡ ਕਲਰ ਤੋਂ ਹੀ ਇਹਨਾਂ ਸੈਲਸ ਦਾ ਨਾਮ ਰੈੱਡ ਬਲੱਡ ਸੈਲਸ ਜਾਂ ਰੈੱਡ ਬਲੱਡ ਕਾਰਪੂਸਲਸ ਪਿਆ। ਸੋ RBC ਕੈਨੋਟ ਰਿਪੇਅਰ ਦੈਮਸੈਲਫ। RBC ਆਪਣੀ ਟੁੱਟ ਭੱਜ ਤੋਂ ਜੋ ਉਹਨਾਂ ਨੂੰ ਨੁਕਸਾਨ ਹੋਇਆ ਉਹਨੂੰ ਰਿਪੇਅਰ ਨਹੀਂ ਕਰ ਸਕਦੇ। ਲਾਈਫ ਸਪੈਨ ਆਫ 120 ਡੇਜ਼। RBCs ਦਾ ਲਾਈਫ ਸਪੈਨ ਜਿਹੜਾ 120 ਦਿਨ ਹੈ, ਬਾਡੀ ਦੇ ਵਿੱਚ 120 ਦਿਨ ਤੱਕ ਜਿੰਦਾ ਰਹਿੰਦੇ ਆ, ਆਪਣੇ ਬਣਨ ਤੋਂ ਲੈ ਕੇ, ਜਨਮ ਤੋਂ ਲੈ ਕੇ ਡੈਥ ਹੋਣ ਤੱਕ। RBCs ਦਾ ਲਾਈਫ ਸਪੈਨ 120 ਡੇਜ਼ ਹੈ। 4 ਮਿਲੀਅਨ ਨਿਊ ਇਰੀਥਰੋਸਾਈਟਸ ਆਰ ਪ੍ਰੋਡਿਊਸ ਪਰ ਸੈਕਿੰਡ ਇਨ ਹਿਊਮਨ ਅਡਲਟ। ਸੋ ਹਰ ਸੈਕਿੰਡ 4 ਲੱਖ ਨਵੇਂ ਇਰੀਥਰੋਸਾਈਟਸ ਅਡਲਟ ਹਿਊਮਨ ਬਾਡੀ ਦੇ ਵਿੱਚ ਬਣਦੇ ਆ। 20 to 30 ਟ੍ਰਿਲੀਅਨ ਰੈੱਡ ਬਲੱਡ ਸੈਲਸ ਐਟ ਐਨੀ ਗਿਵਨ ਟਾਈਮ। ਕਿਸੇ ਵੀ ਟਾਈਮ ਜੇ ਅਸੀਂ ਟੈਸਟ ਲਗਾਈਏ ਤਾਂ ਸਾਡੀ ਬਾਡੀ ਦੇ ਵਿੱਚ 20 ਤੋਂ
to 30 ट्रिलियन सैल्स ਜਿਹੜੇ ਆ ਪ੍ਰੈਜ਼ੈਂਟ ਹੋਣਗੇ, ਮਤਲਬ 20 × 10⁻12 ਸੈਲਸ ਜਿਹੜੇ ਆ ਸਾਡੀ ਬੋਡੀ ਦੇ ਵਿੱਚ RBCs ਪਾਏ ਜਾਣਗੇ। ਸੋ ਮੇਲਸ ਦੇ ਵਿੱਚ ਇਹਦੀ ਨੋਰਮਲ ਵੈਲਿਊ ਇਜ਼ 4.3 to 5.9 ਮਿਲੀਅਨਸ ਪਰ ਕਿਊਬਿਕ ਮਿਲੀਮੀਟਰ MM³ ਫੀਮੇਲਸ ਦੇ ਵਿੱਚ 3.5 to 5.5 ਮਿਲੀਅਨ ਮਿਲੀਮੀਟਰ ਕਿਊਬ ਇਹ ਨੋਰਮਲ ਵੈਲਿਊਜ਼ ਹੋ ਸਕਦੀ ਹੈ। ਇਹ ਨੋਰਮਲ ਵੈਲਿਊਜ਼ ਹਰੇਕ ਬੁੱਕਸ ਜਾਂ ਵਿੱਚ ਚੇਂਜ ਹੋ ਸਕਦੀ ਹੈ, ਕਿਉਂਕਿ ਜਿਹੜੀ ਵੈਲਿਊ ਹੈ ਡਿਪੈਂਡ ਕਰਦੀ ਹੈ ਡਿਫਰੈਂਟ ਪਾਪੂਲੇਸ਼ਨਸ ਦੇ ਵਿੱਚ। ਅਤੇ ਟੈਸਟ ਜਿਹੜਾ ਆਪਾਂ ਜਿਹਦੇ ਨਾਲ ਇਹ ਆਪਾਂ ਵੈਲਿਊ ਪਤਾ ਲਗਾਈ ਹੈ, ਕਿਉਂਕਿ ਇੰਡੀਅਨ ਪਾਪੂਲੇਸ਼ਨ ਦੇ ਵਿੱਚ ਹੋ ਸਕਦਾ ਇਹਨਾਂ ਦੀ ਗਿਣਤੀ ਜਿਹੜੀ ਆ ਉਹ ਘੱਟ ਹੋਵੇ, ਯੂਰੋਪੀਅਨ ਪਾਪੂਲੇਸ਼ਨ 'ਚ ਜ਼ਿਆਦਾ ਹੋਵੇ। ਸੋ ਇਹ ਜਿਹੜੇ ਨੋਰਮਲ ਵੈਲਿਊਜ਼ ਹੁੰਦੀਆਂ ਬਾਇਓਕੈਮਿਸਟਰੀ ਜਾਂ ਹੈਮਾਟੋਲੋਜੀ ਦੇ ਵਿੱਚ ਇਹ ਡਿਪੈਂਡ ਕਰਦੀਆਂ ਪਾਪੂਲੇਸ਼ਨ ਦੇ ਉੱਤੇ, ਐਜ਼ ਵੈਲ ਐਜ਼ ਕਿਹੜੀ ਪਾਪੂਲੇਸ਼ਨ ਦੇ ਵਿੱਚ ਮੇਜਰ ਕੀਤੀਆਂ ਗਈਆਂ ਜਾਂ ਕਿਹੜਾ ਟੈਸਟ ਆ, ਜਿਸ ਟੈਸਟ ਜਾਂ ਕਿਸ ਮਸ਼ੀਨ ਦੇ ਨਾਲ ਮੇਜਰ ਕੀਤੀ ਗਈ ਆ, ਉਸ ਕਰਕੇ ਇਹਦੇ ਵਿੱਚ ਵੇਰੀਏਸ਼ਨ ਆ ਜਾਂਦੀ ਆ। ਸੋ ਮੇਨ ਫੰਕਸ਼ਨ ਆਫ RBCs ਆਰ ਟਰਾਂਸਪੋਰਟ ਆਕਸੀਜਨ ਫਰੋਮ ਲੰਗਸ ਟੂ ਦ ਸੈਲਸ ਆਫ ਦਾ ਬੋਡੀ। ਸੋ ਇਹ ਆਕਸੀਜਨ ਨੂੰ ਕੈਰੀ ਕਰਦੀਆਂ ਫੇਫੜਿਆਂ ਤੋਂ ਬਾਕੀ ਸਰੀਰ ਦੇ ਹਿੱਸਿਆਂ ਤੱਕ, ਸੈਲਸ ਤੱਕ, ਬੋਡੀ ਦੇ ਸੈਲਸ ਤੱਕ, ਅਤੇ ਪਿਕਅਪ ਕਾਰਬਨ ਡਾਈਆਕਸਾਈਡ ਫਰੋਮ ਦਾ ਟਿਸ਼ੂ ਐਂਡ ਅਨਲੋਡ ਇਟ ਇਨ ਟੂ ਦਾ ਲੰਗਸ। ਸੋ ਵੇਸਟ ਮਟੀਰੀਅਲ ਜਿਹੜਾ ਕਾਰਬਨ ਡਾਈਆਕਸਾਈਡ ਹੈ ਉਹਨੂੰ ਸੈਲਸ ਤੋਂ ਟਿਸ਼ੂਜ਼ ਤੋਂ ਇਕੱਠਾ ਕਰਕੇ ਲੰਗਸ ਦੇ ਵਿੱਚ ਪਾ ਦਿੰਦੀਆਂ, ਅਤੇ ਲੰਗਸ ਤੋਂ ਬਾਅਦ ਆਪਾਂ ਸਾਹ ਲੈਣ ਜਦੋਂ ਬਾਹਰ ਛੱਡਦੇ ਹਾਂ, ਐਗਜ਼ੇਲ ਕਰਦੇ ਹਾਂ, ਤਾਂ ਇਹ ਜਿਹੜੀ ਕਾਰਬਨ ਡਾਈਆਕਸਾਈਡ ਹੈ ਬਾਹਰ ਰਿਲੀਜ਼ ਹੋ ਜਾਂਦੀ ਹੈ। ਸੋ ਬੇਸਿਕਲੀ RBCs ਦਾ ਮੇਨ ਕੰਮ ਗੈਸਿਸ ਐਕਸਚੇਂਜ, ਟਰਾਂਸਪੋਰਟ ਆਫ ਆਕਸੀਜਨ ਐਂਡ ਟਰਾਂਸਪੋਰਟ ਆਫ ਕਾਰਬਨ ਡਾਈਆਕਸਾਈਡ ਹੈ। ਸੋ ਹੁਣ ਵਨ ਬਾਏ ਵਨ ਅਸੀਂ ਇਹਦੇ ਡਿਫਰੈਂਟ ਜਿਹੜੇ ਪੁਆਇੰਟ RBC ਤੋਂ ਡਿਸਕਸ ਕਰਾਂਗੇ। ਸੋ RBCs ਜਿਹੜਾ ਸੈਲਸ ਦਾ ਸੈਲੂਲਰ ਕੰਪੋਨੈਂਟ ਜਾਂ ਫਾਰਮ ਐਲੀਮੈਂਟ ਦਾ ਹੀ ਪਾਰਟ ਹੈ, ਅਤੇ ਇਹ ਮੇਨਲੀ 45% ਜਿਹੜਾ RBCs WBCs ਅਤੇ ਪਲੇਟਲੈਟਸ ਹੁੰਦਾ, ਅਤੇ ਇਸ 45 ਦੇ 44.5% RBCs ਹੀ ਹੋਣਗੇ, ਅਤੇ ਲੈਸ ਦੈਨ 1% ਜਾਂ ਲੈਸ ਦੈਨ 0.5% WBCs ਅਤੇ ਪਲੇਟਲੈਟਸ ਹੁੰਦੇ, ਜਿਹਨੂੰ ਆਪਾਂ ਬਫੀ ਕੋਟ ਕਹਿ ਦਿੰਦੇ ਹਾਂ। ਸੋ ਮੇਨਲੀ ਫਾਰਮਡ ਐਲੀਮੈਂਟਸ ਦਾ ਸੈਲੂਲਰ ਕੰਪੋਨੈਂਟ ਬਲੱਡ ਦਾ 45% ਜਿਹੜਾ ਹੈਗਾ ਉਹ RBCs ਹੀ ਬਣਾਉਂਦੇ ਆ। ਸੋ ਲਾਰਜ ਮਾਈਕਰੋਸਕੋਪਿਕ ਸੈੱਲ ਵਿਦਾਊਟ ਨਿਊਕਲੀਆਈ ਮੇਕ ਅਪ ਟੂ ਹਾਫ ਆਫ ਦਾ ਬਲੱਡ ਸੈੱਲ ਵੋਲੀਅਮ। ਸੋ ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ ਪ੍ਰੀਵੀਅਸ ਸਲਾਈਡਸ ਦੇ ਵਿੱਚ, ਇਹਨਾਂ ਦਾ ਕੋਲ ਆਪਣਾ ਕੋਈ ਨਿਊਕਲੀਅਸ ਪ੍ਰੈਜ਼ੈਂਟ ਨਹੀਂ ਹੁੰਦਾ, ਸਰਕੂਲਰ ਸ਼ੇਪ ਹੁੰਦੀ ਆ, ਬਾਈਕਨਕੇਵ ਹੁੰਦਾ, ਨੋਨ ਨਿਊਕਲੀਏਟਡ ਡਿਸਕ ਲਾਈਕ ਸਟਰਕਚਰ ਆ, ਜਿਹਦਾ ਕਿ ਡਾਇਆਮੀਟਰ 7.8 ਮਾਈਕਰੋਨਸ 6.8 to 7.8 ਮਾਈਕਰੋਨਸ ਹੋ ਸਕਦਾ। ਸੋ ਜਿਹੜਾ ਇਹ ਬਾਈਕਨਕੇਵ ਡਿਸਕ ਲਾਈਕ ਸਟਰਕਚਰ ਆ RBCs ਦਾ, ਇਹ ਹੈਲਪ ਕਰਦਾ ਜ਼ਿਆਦਾ ਗੈਸਿਸ ਐਕਸਚੇਂਜ ਵਾਸਤੇ, ਜ਼ਿਆਦਾ ਗੈਸਿਸ ਜਿਹੜੀ ਹੈਗੀ ਇਹਨਾਂ ਨਾਲ ਬਾਈਂਡ ਕਰਦੀਆਂ, ਕਿਉਂਕਿ ਬਾਈਕਨਕੇਵ ਡਿਸਕ ਪ੍ਰੋਵਾਈਡਸ greater surface area which helps in exchange of gaseous exchanges. RBCs contain hemoglobin, the oxygen carrying molecules, so 250 million molecules per cell. So ਇੱਕ ਸੈੱਲ ਦੇ ਵਿੱਚ 250 ਮਿਲੀਅਨਸ ਮੋਲੀਕੂਲਸ ਹੀਮੋਗਲੋਬਿਨ ਦੇ RBCs ਦੇ ਪ੍ਰੈਜ਼ੈਂਟ ਹੋ ਸਕਦੇ ਆ। ਲਾਈਫ ਸਪੈਨ ਤੁਹਾਨੂੰ ਆਲਰੇਡੀ ਦੱਸ ਚੁੱਕਾ 120 ਡੇਜ਼ ਹੁੰਦੀ ਹੈ। ਮੇਲਸ ਦੇ ਵਿੱਚ ਇਹਦੀ ਵੈਲਿਊ 5.2 ਜਾਂ 5.9 ਮਿਲੀਅਨ ਪਰ ਕਿਊਬਿਕ ਮੀਟਰ, ਇਹ ਮਾਈਕਰੋਲੀਟਰ 'ਚ ਕਰੀਏ ਗੱਲ ਤਾਂ 5.2 × 10⁻6 ਪਰ ਮਾਈਕਰੋਲੀਟਰ ਹੋ ਸਕਦੀ ਹੈ। ਫੀਮੇਲ ਦੇ ਵਿੱਚ ਅਗੇਨ 4.5 ਜਾਂ 4.5 × 10⁻6 ਪਰ ਮਾਈਕਰੋਲੀਟਰ। ਸੋ ਇਹ ਅਲੱਗ-ਅਲੱਗ ਯੂਨਿਟਸ ਹੈ RBCs ਦੇ ਕਾਊਂਟ ਦੇ, ਮਿਲੀਅਨ ਪਰ ਕਿਊਬਿਕ ਮੀਟਰ 'ਚ ਵੀ ਹੋ ਸਕਦੇ ਆ, ਜਾਂ 10⁻6 ਮਾਈਕਰੋਲੀਟਰ 'ਚ ਵੀ ਹੋ ਸਕਦੇ ਆ, ਜਾਂ 5.2 × 10⁻12 ਪਰ ਲੀਟਰ ਵੀ ਹੋ ਸਕਦੇ ਆ। ਸੋ ਡਿਫਰੈਂਟ ਵੇ ਆਫ ਐਕਸਪ੍ਰੈਸਿੰਗ ਦਾ ਕਾਊਂਟ ਆਫ RBCs ਇਨ ਹਿਊਮਨਸ। ਸੋ ਕੁਛ ਇਸ ਤਰ੍ਹਾਂ ਦੇ RBC ਸਾਨੂੰ ਨਜ਼ਰ ਆਉਂਦੇ ਆ। ਡਿਸਕ ਲਾਈਕ ਸਟਰਕਚਰ ਹੈ, ਸੋ ਦੋਨੋਂ ਪਾਸੇ ਇਹਦੇ ਡੁੰਗ ਪਿਆ ਹੋਇਆ, ਜਿਹਨੂੰ ਆਪਾਂ ਬਾਈਕਨਕੇਵ ਸਟਰਕਚਰ ਕਹਿ ਦਿੰਦੇ ਹਾਂ। ਕਨਕੇਵ ਕਨਵੈਕਸ ਤੁਹਾਨੂੰ ਪਤਾ, ਕਨਵੈਕਸ ਜਿਹੜਾ ਹੁੰਦਾ ਉਹ ਥੋੜ੍ਹਾ ਜਿਹਾ ਬਾਹਰ ਨੂੰ ਉੱਭਰਿਆ ਹੁੰਦਾ, ਕਨਕੇਵ ਅੰਦਰ ਨੂੰ ਡਿਪਰੈਸ਼ਨ, ਡਿਪ ਲਾਈਕ, ਜਿੱਦਾਂ ਕਿ ਡੂੰਘਾ ਬਣਿਆ ਹੋਇਆ ਦੋਨੋਂ ਪਾਸੇ, ਇਸ ਕਰਕੇ ਇਹਨੂੰ ਬਾਈਕਨਕੇਵ ਸਟਰਕਚਰ ਜਾਂ ਡਿਸਕ ਲਾਈਕ ਸਟਰਕਚਰ ਕਹਿ ਦਿੰਦੇ ਆ। ਜਿਹੜਾ ਕਿਨਾਰਿਆਂ ਤੋਂ ਜ਼ਿਆਦਾ ਮੋਟਾ ਹੈ ਅਤੇ ਸੈਂਟਰ 'ਚ ਥੋੜ੍ਹਾ ਜਿਹਾ ਇਹ ਪਤਲਾ ਹੁੰਦਾ। ਸੋ ਇਹ ਹੋਰ ਜ਼ਿਆਦਾ ਕਲੀਅਰ ਹੋ ਜਾਏਗਾ ਇਸ ਸਲਾਈਡ ਤੋਂ। ਸੋ ਨੋਰਮਲੀ ਡਿਸਕ ਸ਼ੇਪ ਹੈ, ਬਾਈਕਨਕੇਵ ਹੈ, ਸਾਈਡਸ ਜਿਹੜੀਆਂ ਹੈਗੀਆਂ ਕੋਨਿਆਂ ਤੋਂ ਜ਼ਿਆਦਾ ਮੋਟਾ ਹੈ, ਬਟ ਅੰਦਰੋਂ ਮਿਡਲ ਪਾਰਟ ਜਿਹੜਾ ਹੈਗਾ ਉਹ ਜ਼ਿਆਦਾ ਥਿਨ ਹੈ। ਸੋ ਡਾਇਆਮੀਟਰ ਇਹਦਾ 7.2 ਮਾਈਕਰੋਮੀਟਰ ਹੈ। ਸੋ ਇਹ ਵੇਰੀ ਕਰਦਾ 6.9 to 7.5 ਤੱਕ ਹੋ ਸਕਦਾ। ਸੋ ਇਹਦੀ ਥਿਕਨੈਸ ਹੈ ਕਿਨਾਰਿਆਂ 'ਤੇ ਐਟ ਪੈਰੀਫਰੀ ਇਟਸ 2.2 ਮਾਈਕਰੋਮੀਟਰ, ਐਵਰੇਜ 2.2 ਮਾਈਕਰੋਮੀਟਰ ਹੁੰਦੀ ਹੈ, ਅਤੇ ਸੈਂਟਰ ਦੇ ਵਿੱਚ ਪਤਲਾ ਹੈ, ਸੋ 1 ਮਾਈਕਰੋਮੀਟਰ ਹੈ। ਸੋ ਕਿਨਾਰਿਆਂ ਤੋਂ ਇਹ ਥੋੜ੍ਹਾ ਜਿਹਾ ਜ਼ਿਆਦਾ ਮੋਟਾ ਹੈ, ਅਤੇ ਸੈਂਟਰ 'ਚ ਜ਼ਿਆਦਾ ਬਰੀਕ ਹੋਣ ਕਰਕੇ ਇਹਦੀ ਸ਼ੇਪ ਜਿਹੜੀ ਹੈ ਡੰਬਲ ਲਾਈਕ ਨਜ਼ਰ ਆਉਂਦੀ ਹੈ। ਜਿਵੇਂ ਤੁਸੀਂ ਦੇਖੋ ਜਿਮ ਦੇ ਵਿੱਚ ਜਦੋਂ ਆਪਾਂ ਡੰਬਲ ਯੂਜ਼ ਕਰਦੇ ਹਾਂ, ਉਹਦੀਆਂ ਦੋਨੋਂ ਐਂਡਸ ਜਿਹੜੇ ਆ ਜ਼ਿਆਦਾ
ਵੱਡੇ ਹੁੰਦੇ ਆ ਅਤੇ ਸੈਂਟਰ 'ਚ ਜਿੰਨਾ ਅਸੀਂ ਫੜਦੇ ਹਾਂ ਡੰਬਲ ਨੂੰ ਉਹ ਛੋਟਾ ਹੁੰਦਾ। ਸੋ ਕੁਆਇਟ RBC ਦਾ ਸਟਰਕਚਰ ਹੈ ਕੁਆਇਟ ਸਿਮੀਲਰ ਟੂ ਡੰਬਲ, ਸੋ ਉਹਨੂੰ ਡੰਬਲ ਸ਼ੇਪ ਵੀ ਕਹਿ ਦਿੰਦੇ ਹਾਂ। ਸੋ ਇਹ 3 ਡਿਮੈਂਸ਼ਨਲ ਸਟਰਕਚਰ RBCs ਦਾ। ਸੋ ਇਸ ਤੋਂ ਕਲੀਅਰ ਹੈ ਕਿ ਸਾਈਡਸ ਇਹਦੀਆਂ ਜ਼ਿਆਦਾ ਮੋਟੀਆਂ, ਸੈਂਟਰਲ ਪਾਰਟ ਦੇ ਵਿੱਚ ਡਿਪਰੈਸ਼ਨ ਹੋਣ ਕਰਕੇ ਇਹਦੀ ਥਿਕਨੈਸ ਜਿਹੜੀ ਹੈਗੀ ਆ ਘੱਟ ਹੈ। ਸੋ ਇਹ ਅਦਰ ਦੂਸਰਾ ਕ੍ਰਾਸ ਸੈਕਸ਼ਨਲ ਵਿਊ ਹੈਗਾ ਜਿਹੜਾ ਕਿ ਸਾਨੂੰ ਡੰਬਲ ਦੀ ਤਰ੍ਹਾਂ ਨਜ਼ਰ ਆ ਰਿਹਾ। ਸੋ ਇਹ ਇੱਕ ਸਮਤਲ ਡਿਸਕ ਲਾਈਕ ਪਲੇਟਨੁਮਾ ਸਟਰਕਚਰ ਹੈ, ਡੂੰਘ ਵਾਲਾ। ਸੋ ਇਸ ਕਰਕੇ ਆਪਸ ਦੇ ਵਿੱਚ ਈਜ਼ਲੀ ਇੱਕ ਦੇ ਉੱਪਰ ਇੱਕ ਇਕੱਠੇ ਹੋ ਸਕਦੇ ਆ। ਜਿਸ ਤਰ੍ਹਾਂ ਆਪਾਂ ਐਗਜ਼ਾਮਪਲ ਲਈਏ ਕਿ ਕੁਛ ਸਿੱਕੇ ਜਿਵੇਂ 1-1 ਰੁਪਏ ਦੇ ਸਿੱਕੇ ਨੂੰ ਆਪਾਂ ਜੋੜੀਏ ਤਾਂ ਉਹ ਆਪਸ ਦੇ ਵਿੱਚ ਜੁੜ ਕੇ ਇੱਕ ਸਟਰਕਚਰ ਬਣਾ ਸਕਦੇ ਆ। ਸਿਮਿਲਰਲੀ ਸਾਡੀ ਬੋਡੀ ਦੇ ਵਿੱਚ ਜਾਂ ਟੈਸਟ ਦੇ ਦੌਰਾਨ ਇਨਵਿਟਰੋ ਐਕਸਪੈਰੀਮੈਂਟਸ ਦੇ ਵਿੱਚ RBC ਸੈੱਲ ਜਿਹੜੇ ਆਪਸ ਜੁੜ ਕੇ ਇੱਕ ਸਟਰਕਚਰ ਬਣਾ ਲੈਂਦੇ ਜਿਹਨੂੰ ਆਪਾਂ ਰੋਲੈਕਸ ਫਾਰਮੇਸ਼ਨ ਕਹਿ ਦਿੰਦੇ ਆ। ਸੋ ਇਸ ਤਰ੍ਹਾਂ RBCs ਜੁੜ ਕੇ ਰੋਲੈਕਸ ਫਾਰਮੇਸ਼ਨ ਬਣਾ ਲੈਂਦੇ ਆ। ਇਹ ਪ੍ਰੋਪਰਟੀ ਆ RBCs ਦੀ। ਸੋ ਮੇਨ ਫੰਕਸ਼ਨ RBCs ਦਾ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਆਕਸੀਜਨ ਕੈਰੀ ਕਰਦੀ ਆ ਲੰਗਸ ਤੋਂ ਟਿਸ਼ੂਜ਼ ਤੱਕ। ਸੋ ਆਕਸੀਜਨ ਕੈਰੀ ਕਰਦੀ ਉਸ ਟਾਈਮ RBCs ਦੇ ਅੰਦਰ ਪ੍ਰੈਜ਼ੈਂਟ ਹੀਮੋਗਲੋਬਿਨ ਜਿਹੜਾ ਹੈਗਾ ਆਕਸੀ ਹੀਮੋਗਲੋਬਿਨ 'ਚ ਕਨਵਰਟ ਹੋ ਜਾਂਦਾ, ਦੈਟ ਇਜ਼ ਹੀਮੋਗਲੋਬਿਨ ਪਲੱਸ ਆਕਸੀਜਨ ਆਕਸੀ ਹੀਮੋਗਲੋਬਿਨ। ਵਾਪਸ ਆਉਂਦੇ ਹੋਏ ਵੇਸਟ ਮਟੀਰੀਅਲ ਗੈਸਿਸ ਐਕਸਚੇਂਜ ਦਾ ਕਾਰਬਨ ਡਾਈਆਕਸਾਈਡ ਹੀਮੋਗਲੋਬਿਨ ਨਾਲ ਬਾਈਂਡ ਕਰਦਾ ਤਾਂ ਉਹਨੂੰ ਆਪਾਂ ਕਾਰਬੋਕਸੀ ਹੀਮੋਗਲੋਬਿਨ ਕਹਿ ਦਿੰਦੇ ਹਾਂ। ਸੋ RBCs ਦਾ ਹੀਮੋਗਲੋਬਿਨ ਜਿਹੜਾ ਹੈ RBCs ਉਹ ਕਾਰਬਨ ਡਾਈਆਕਸਾਈਡ ਲੈ ਕੇ ਆਉਂਦੇ ਆ ਟਿਸ਼ੂਜ਼ ਤੋਂ ਲੰਗਸ ਦੇ ਵਿੱਚ, ਜਿਹੜੇ ਕਿ ਬਾਹਰ ਐਗਜ਼ੇਲ ਕਰ ਦਿੱਤੇ ਜਾਂਦੇ ਆ, ਰੈਸਪੀਰੇਸ਼ਨ ਦੇ ਵਿੱਚ ਬਾਹਰ ਕੱਢ ਦਿੱਤੇ ਜਾਂਦੇ ਆ। ਸੋ ਇਰੀਥਰੋਪੋਇਸਿਸ ਟਰਮ ਯੂਜ਼ ਕੀਤੀ ਜਾਂਦੀ ਆ ਜਦੋਂ ਪ੍ਰੋਡਕਸ਼ਨ ਅਤੇ ਡਿਵੈਲਪਮੈਂਟ RBCs ਦੀ ਆਪਾਂ ਗੱਲ ਕਰੀਏ। ਇਰੀਥਰੋ ਮੀਨਸ ਰੈਡ ਬਲੱਡ ਸੈੱਲ, ਪੋਇਸਿਸ ਮੀਨਸ ਟੂ ਪ੍ਰੋਡਿਊਸ, ਟੂ ਜਨਰੇਟ। ਸੋ ਹਿਊਮਨ ਬੋਡੀ ਦੇ ਵਿੱਚ ਰੈਡ ਬਲੱਡ ਸੈੱਲਸ ਬਣਨ ਦੀ ਪ੍ਰਕਿਰਿਆ ਅਤੇ ਉਹਨਾਂ ਦੀ ਡਿਵੈਲਪਮੈਂਟ ਦੀ ਪ੍ਰਕਿਰਿਆ ਨੂੰ ਆਪਾਂ ਇਰੀਥਰੋਪੋਇਸਿਸ ਕਹਿੰਦੇ ਹਾਂ। ਸੋ ਇਰੀਥਰੋਸਾਈਟੋਪੀਨੀਆ, ਇਰੀਥਰੋ ਮੀਨਸ ਰੈਡ ਸੈੱਲ, ਸਾਈਟੋ ਮੀਨਸ ਸੈੱਲਸ, ਪੀਨੀਆ ਮੀਨਸ ਕਮੀ। ਸੋ ਜਦੋਂ ਵੀ ਆਪਾਂ ਹੀਮੈਟੋਲੋਜੀ ਦੇ ਵਿੱਚ ਪੀਨੀਆ ਵਰਡ ਯੂਜ਼ ਕਰਾਂਗੇ, ਵਰਡ ਦੇ ਲਾਸਟ ਵਿੱਚ ਪੀਨੀਆ ਲੱਗਾ ਹੋਏਗਾ, ਸਫਿਕਸ ਪੀਨੀਆ ਹੋਏਗਾ ਤਾਂ ਉਹਦਾ ਮਤਲਬ ਹੁੰਦਾ ਲੈਸ ਇਨ ਨੰਬਰ ਜਾਂ ਡਿਕਰੀਜ਼ ਇਨ ਨੰਬਰ। ਅਤੇ ਜਦੋਂ ਵੀ ਔਸਿਸ ਵਰਡ ਯੂਜ਼ ਕਰਾਂਗੇ ਦੈਟ ਇਟ ਮੀਨ ਇਨਕਰੀਜ਼ ਇਨ ਨੰਬਰ। ਸੋ ਇਹਦੇ ਵਿੱਚ ਇਰੀਥਰੋਸਾਈਟੋਸਿਸ, ਇਰੀਥਰੋ ਮੀਨਸ ਰੈਡ, ਸਾਈਟੋ ਮੀਨਸ ਸੈੱਲਸ, ਔਸਿਸ ਮੀਨਸ ਇਨਕਰੀਜ਼। ਸੋ ਇਰੀਥਰੋਸਾਈਟੋਪੀਨੀਆ ਕੀ ਟਰਮ ਹੋ ਗਈ ਵੈਨ ਐਵਰ ਦੇਅਰ ਇਜ਼ ਡਿਕਰੀਜ਼ ਇਨ ਟੋਟਲ ਨੰਬਰ ਆਫ ਇਰੀਥਰੋਸਾਈਟਸ। ਜਦੋਂ ਹਿਊਮਨ ਬੋਡੀ ਦੇ ਵਿੱਚ ਨੋਰਮਲ ਵੈਲੀ ਤੋਂ ਘੱਟ ਕਾਊਂਟ ਹੋਏਗਾ ਇਰੀਥਰੋਸਾਈਟਸ ਦਾ, ਉਸ ਕੰਡੀਸ਼ਨ ਨੂੰ ਆਪਾਂ ਇਰੀਥਰੋਸਾਈਟੋਪੀਨੀਆ ਕਹਾਂਗੇ। ਸੋ ਜਦੋਂ ਵੀ ਸਾਡੀ ਬੋਡੀ ਦੇ ਵਿੱਚ ਨੋਰਮਲ ਵੈਲਿਊਜ਼ ਤੋਂ ਜ਼ਿਆਦਾ ਇਰੀਥਰੋਸਾਈਟਸ ਦਾ ਕਾਊਂਟ ਹੋਏਗਾ, ਇਨਕਰੀਜ਼ ਇਨ ਟੋਟਲ ਨੰਬਰ ਆਫ ਇਰੀਥਰੋਸਾਈਟ, ਦੈਨ ਇਟ ਇਜ਼ ਨੋਨ ਐਜ਼ ਇਰੀਥਰੋਸਾਈਟੋਸਿਸ। ਸੋ ਇੱਕ ਟਰਮ ਹੋਰ ਯੂਜ਼ ਕੀਤੀ ਜਾਂਦੀ ਹੈ RBCs ਦੇ ਰਿਗਾਰਡਿੰਗ, ਦੈਟ ਇਜ਼ ਪੋਲੀਸਾਈਥੀਮੀਆ। ਪੋਲੀ ਮੀਨਸ ਇੱਕ ਤੋਂ ਜ਼ਿਆਦਾ, ਸਾਈਥ ਮੀਨਸ ਸੈੱਲ, ਈਮੀਆ ਮੀਨਸ ਇਨ ਬਲੱਡ। ਜਦੋਂ ਸਾਡੇ ਬੋਡੀ ਦੇ ਵਿੱਚ ਅਬਨੋਰਮਲ ਇਨਕਰੀਜ਼ ਹੋਵੇ ਰੈਡ ਬਲੱਡ ਸੈੱਲਸ ਦਾ, ਇਰੀਥਰੋਸਾਈਟਸ ਦਾ, ਦੈਨ ਟਰਮ ਇਜ਼ ਯੂਜ਼ ਐਜ਼ ਪੋਲੀਸਾਈਥੀਮੀਆ। ਸੋ ਇਹ ਡਿਫਰੈਂਟ ਟਰਮਸ ਸੀ ਜੋ RBCs ਦੇ ਨਾਲ ਰਿਲੇਟਡ ਯੂਜ਼ ਕੀਤੀਆਂ ਜਾਂਦੀਆਂ ਸੀ। ਸੋ ਇਸ ਦੇ ਨਾਲ ਹੀ ਇਸ ਲੈਕਚਰ ਦੇ ਵਿੱਚ ਸਾਡਾ ਰੈਡ ਬਲੱਡ ਸੈੱਲਸ ਕਵਰ ਹੋ ਜਾਂਦਾ ਅਤੇ ਉਹਦੇ ਬੇਸਿਕ ਪੁਆਇੰਟਸ, ਉਹਦੇ ਬੇਸਿਕ ਫੀਚਰਸ ਜਿਹੜੇ ਇਹਨੂੰ ਬਾਕੀ ਬਲੱਡ ਸੈੱਲਸ ਤੋਂ ਡਿਫਰੈਂਟ ਵੱਖ ਬਣਾਉਂਦੇ ਹਨ। ਸੋ ਇਹਦੇ ਨਾਲ ਹੀ ਰੈਡ ਬਲੱਡ ਸੈੱਲਸ ਜਿਹੜਾ ਟੋਪਿਕ ਹੈ ਕਵਰ ਹੋ ਜਾਂਦਾ। ਥੈਂਕਸ।